दादू दुनिया बावरी मड़ियां पूजन ऊत, जेड़े जहानों लद गए उन्हां की देने पूत। छोटी जी असीं मठी बना लेने आ 4 किट्टां दी, दसो ਉਹਦੇ साडा बाबा वड़ के रह सकदा? आ डेरियां 'च जाना, साधां कोले जाना, मड़ियां पूजणियां, धागे तबीतां वालिਆਂ कोल जाना ते साडी वक्री पहचान किहड़ी है यार? असीं कित्थों फिर असीं गुरु नानक देव दे पुੱਤ ਆਂ? किहड़े पासों असीं गुरु गोबिंद सिंह दे पुੱਤ ਆਂ? ਅੱਗੇ ਆਪਾਂ ਕਹਿੰਦੇ ਸੀ ਗੱਠਜੋੜ ਹੈ ਸਿਆਸੀ ਸਮਗਲਰ ਤੇ ਪੁਲਿਸ ਦਾ ਗੱਠਜੋੜ। ਆਪਾਂ ਮੰਨਦੇ ਸੀ ਕਿ ਨਸ਼ੇ ਨੂੰ, ਚਿੱਟੇ ਨੂੰ ਜਾਂ ਜਿੰਨਾ ਵੀ ਕ੍ਰਾਈਮ ਜੁਰਮ ਹੁੰਦਾ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦਾ ਹੱਥ ਰਿਹਾ। ਹੁਣ ਚੌਥੇ ਆ ਜੁੜ ਕੇ ਬਾਬੇ, ਆ ਚਿੱਟੀ ਸਿਉਂਖ ਵਾਲੇ, ਆ ਚੋਲਿਆਂ ਵਾਲੇ। ਸਾਡੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਵੀ ਇਹ ਖੇਡਦੇ ਨੇ ਲੋਕ ਆ ਕੇ। ਸਾਡੀਆਂ ਜ਼ਮੀਨਾਂ ਵੀ ਦੱਬਦੇ ਨੇ, ਯਾਸ਼ੀਆਂ ਕਰਦੇ ਨੇ, ਠਾਠ ਵਾਲੀ ਜ਼ਿੰਦਗੀ ਜਿਉਂਦੇ ਨੇ। ਤਾਂ ਹੁਣ ਇੱਕ ਲਹਿਰ ਸਾਨੂੰ ਆ ਬਾਬਾਬਾਦ ਆ ਡੇਰਾਬਾਦ ਦੇ ਖਿਲਾਫ ਵੀ ਚਲਾਉਣੀ ਪੈਣੀ ਹੈ। ਆਮ ਤੌਰ ਤੇ ਸਾਡੇ ਵਿੱਚ ਇੱਕ ਭਰਮ ਪੈਦਾ ਕੀਤਾ ਗਿਆ ਕਿ ਪੰਜਾਬੀ ਜ਼ਬਾਨ ਅਨਪੜਾਂ ਦੀ ਜ਼ਬਾਨ ਹੈ, ਪਿੰਡੂਆਂ ਦੀ ਜ਼ਬਾਨ ਹੈ, ਗਵਾਰਾਂ ਦੀ ਜ਼ਬਾਨ ਹੈ। ਇਹਦੇ ਵਿੱਚ ਬਹੁਤ ਕੋਈ ਉੱਚ ਕੋਟੀ ਦਾ ਇਤਿਹਾਸ ਨਹੀਂ ਲਿਖਿਆ ਗਿਆ, ਕੋਈ ਸਾਹਿਤ ਨਹੀਂ ਰਚਿਆ ਗਿਆ। ਜਿਹੜੀ ਜ਼ਬਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿੱਡਾ ਮਹਾਨ ਫਲਸਫਾ ਰਚਿਆ ਗਿਆ ਹੋਵੇ, ਉਹ ਜ਼ਬਾਨ ਕਿਵੇਂ ਗਰੀਬ ਹੋ ਸਕਦੀ ਹੈ? ਜਿਹੜੀ ਜ਼ਬਾਨ ਦੇ ਵਿੱਚ ਯੂਐਨਓ ਦੇ ਵਿੱਚ ਪਰਚਾ ਪੜਿਆ ਜਾਂਦਾ ਹੋਵੇ, ਜਿਹੜੀ ਜ਼ਬਾਨ ਦੇ ਵਿੱਚ ਬੰਬੇ ਫਿਲਮਾਂ ਬਣਦੀਆਂ ਹੋਣ, ਜਿਹੜੀ ਜ਼ਬਾਨ ਦੇ ਵਿੱਚ ਹਾਲੀਵੁੱਡ ਦੇ ਵਿੱਚ ਇੱਕ ਨਾਵਲ ਦੇ ਉੱਤੇ ਪੰਜਾਬੀ ਦੇ ਉੱਤੇ ਫਿਲਮ ਬਣੀ ਹੈ, ਉਹ ਜ਼ਬਾਨ ਕਿਵੇਂ ਗਰੀਬ ਹੋ ਸਕਦੀ ਹੈ? ਉਹ ਜ਼ਬਾਨ ਕਿਵੇਂ ਮਾੜੀ ਹੋ ਸਕਦੀ ਆ? ਖਵਾਈਆਂ ਹੋਣਗੀਆਂ, ਖਵਾਈਆਂ ਖਵਾਉਨੇ ਆ ਨਾ। 10ਵੀਂ 11ਵੀਂ 12ਵੀਂ 13ਵੀਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਅਸੀਂ ਮੰਨੀ ਜਾਂਦੇ ਆ। ਤਾਂ ਉਹ ਬੜਾ ਹੀ ਸੋਹਣੀ ਕਿਸੇ ਨੇ ਗੱਲ ਲਿਖੀ ਹੈ, ਕਹਿੰਦਾ ਯਾਰ ਦਾਦੂ ਦੁਨੀਆ ਬਾਵਰੀ ਮੜੀਆਂ ਪੂਜਣ ਊਤ, ਜਿਹੜੇ ਜਹਾਨੋਂ ਲੱਦ ਗਏ ਉਹਨਾਂ ਕੀ ਦੇਣੇ ਪੂਤ। ਛੋਟੀ ਜੀ ਅਸੀਂ ਮਠੀ ਬਣਾ ਲੈਨੇ ਆ 4 ਕਿੱਟਾਂ ਦੀ, ਦੱਸੋ ਉਹਦੇ ਸਾਡਾ ਬਾਬਾ ਵੜ ਕੇ ਰਹਿ ਸਕਦਾ? ਫਿਰ ਅਸੀਂ ਕਹਿੰਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਆ, ਅਸੀਂ ਬਾਬੇ ਨਾਨਕ ਦੇ ਸਿੱਖ ਆ, ਅਸੀਂ ਵੱਖਰੇ ਆ, ਸਾਡੀ ਅੱਡਰੀ ਪਹਿਚਾਨ ਹੈ, ਸਾਡੀ ਵਿਚਾਰਧਾਰਾ ਵੱਖਰੀ ਆ। ਤਾਂ ਤੁਸੀਂ ਮੈਨੂੰ ਇਹ ਦੱਸੋ ਫਿਰ ਜਦੋਂ ਅਸੀਂ ਇਹੀ ਕੁਝ ਕਰਨਾ ਹੈ, ਆ ਡੇਰਿਆਂ 'ਚ ਜਾਣਾ, ਸਾਧਾਂ ਕੋਲੇ ਜਾਣਾ, ਮੜੀਆਂ ਪੂਜਣੀਆਂ, ਧਾਗੇ ਤਬੀਤਾਂ ਵਾਲਿਆਂ ਕੋਲ ਜਾਣਾ ਤੇ ਸਾਡੀ ਵੱਖਰੀ ਪਹਿਚਾਨ ਕਿਹੜੀ ਹੈ ਯਾਰ? ਅਸੀਂ ਕਿੱਥੋਂ ਫਿਰ ਅਸੀਂ ਗੁਰੂ ਨਾਨਕ ਦੇਵ ਦੇ ਪੁੱਤ ਆਂ? ਕਿਹੜੇ ਪਾਸਿਓਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਆਂ? ਇਹ ਇੱਥੇ ਤੁਹਾਡੇ ਬਾਬਾ ਘਾਲਾ, ਆ ਨਾਨਕਸਰ ਵਾਲਾ ਇੱਥੇ ਨੇੜੇ ਰਹਿੰਦਾ ਨਾ ਬਾਬਾ ਘਾਲਾ, ਉਹਦਾ ਭਾਣਜਾ ਫੜਿਆ ਗਿਆ ਹੁਣ ਚਿੱਟੇ ਦੇ ਵਿੱਚ। 26 ਕਿਲੋ ਹੈਰੋਇਨ ਫੜੀ ਗਈ ਹੈ ਤੇ ਉਹ ਬਾਬੇ ਘਾਲੇ ਦੇ ਸੈਕਟਰੀ ਦੇ ਘਰੋਂ ਲੈ ਕੇ ਗਈ ਫੜ ਕੇ ਪੁਲਿਸ ਉਹਦੇ ਭਾਣਜੇ ਨੂੰ, STF ਵਾਲੇ। ਤੇ ਰਾਹ ਦੇ ਵਿੱਚ ਜਾਂਦੇ ਜਾਂਦੇ ਜਿਹੜਾ ਸੈਕਟਰੀ ਸੀ ਉਹਨੂੰ ਬੱਚੀ ਉੱਥੇ ਛੱਡ ਕੇ ਤਾਰ ਗਏ। ਹੁਣ ਜਿਹੜੀਆਂ ਤਾਰਾਂ ਜੁੜੀਆਂ ਹੋਈਆਂ ਨੇ, ਅੱਗੇ ਆਪਾਂ ਕਹਿੰਦੇ ਸੀ ਗੱਠਜੋੜ ਹੈ ਸਿਆਸੀ ਸਮਗਲਰ ਤੇ ਪੁਲਿਸ ਦਾ ਗੱਠਜੋੜ। ਆਪਾਂ ਮੰਨਦੇ ਸੀ ਕਿ ਨਸ਼ੇ ਨੂੰ, ਚਿੱਟੇ ਨੂੰ ਜਾਂ ਜਿੰਨਾ ਵੀ ਕ੍ਰਾਈਮ ਜੁਰਮ ਹੁੰਦਾ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦਾ ਹੱਥ ਰਿਹਾ। ਹੁਣ ਚੌਥੇ ਆ ਜੁੜ ਕੇ ਬਾਬੇ, ਆ ਚਿੱਟੀ ਸਿਉਂਖ ਵਾਲੇ, ਆ ਚੋਲਿਆਂ ਵਾਲੇ। ਉਹਦੇ ਮੈਂ ਮੁੱਲਾਪੁਰ ਦਾਖਾ ਬੋਲਦਾ ਸੀ ਕਿ ਤੁਹਾਡੇ ਇੱਥੇ ਲੋਪੋ ਦਾ ਬਾਬਾ, ਮੈਂ ਤਾਂ ਜਾਣਦਾ ਨਹੀਂ ਹਾਂ, ਉਹ ਵੀ ਉੱਥੇ ਆ ਗਿਆ। ਉਹ ਗੱਲ ਆਹੀ ਬਾਬਿਆਂ ਦੇ ਚੱਲ ਰਹੀ ਸੀ, ਡੇਰਿਆਂ ਦੇ ਚੱਲ ਰਹੀ ਸੀ, ਤਾਂ ਉਹਨੂੰ ਬੜਾ ਦੁੱਖ ਲੱਗਿਆ। ਮੈਂ ਉਹਦੇ ਬਾਰੇ ਬਾਅਦ ਚ ਪਤਾ ਕੀਤਾ, ਕਈ ਕਿੱਲੇ ਜ਼ਮੀਨ ਵੀ ਦੱਬੀ ਬੈਠਾ ਹੈ। ਆ ਤੁਹਾਡੇ ਪਿੰਡ ਚੱਕਰ ਵੀ ਇੱਕ ਬਾਬਾ ਦੱਬੀ ਬੈਠਾ ਹੈ ਨਾ, ਦੱਬੀ ਬੈਠਾ ਨਾ ਜ਼ਮੀਨ ਹੈਗਾ। ਹਾਂ, ਪੜੌਦੀ, ਪਤਾ ਨਹੀਂ ਪੜੌਦੀ ਵਾਲਾ ਕਿਹੜਾ ਬਾਬਾ ਹੈ? ਹਾਂ ਹਾਂ, ਉਹ ਇਹੀ ਹੁੰਦਾ। ਅਸੀਂ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਪਨਾਹ ਦਿੰਨੇ ਆ ਤਾਂ ਪਨਾਹ ਕੀ ਦਿੰਨੇ ਆ? ਫਿਰ ਸਾਡੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਵੀ ਇਹ ਖੇਡਦੇ ਨੇ ਲੋਕ ਆ ਕੇ। ਸਾਡੀਆਂ ਜ਼ਮੀਨਾਂ ਵੀ ਦੱਬਦੇ ਨੇ, ਯਾਸ਼ੀਆਂ ਕਰਦੇ ਨੇ, ਠਾਠ ਵਾਲੀ ਜ਼ਿੰਦਗੀ ਜਿਉਂਦੇ ਨੇ। ਤਾਂ ਹੁਣ ਇੱਕ ਲਹਿਰ ਸਾਨੂੰ ਆ ਬਾਬਾਬਾਦ ਆ ਡੇਰਾਬਾਦ ਦੇ ਖਿਲਾਫ ਵੀ ਚਲਾਉਣੀ ਪੈਣੀ ਹੈ। ਤਾਂ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰ ਜਾ। ਜਾਂਦਾ ਜਾਂਦਾ ਮੈਨੂੰ ਕਈ ਵਾਰੀ ਇਹ ਦੇਖਣ ਦੇ ਵਿੱਚ ਮਹਿਸੂਸ ਹੁੰਦਾ ਹੈ ਕਿ ਯਾਰ ਅਸੀਂ ਰਾਜ ਭਾਗ ਦੇ ਮਾਲਕ, ਤਾਜਾਂ ਤਖਤਾਂ ਦੇ ਮਾਲਕ, ਅੱਜ ਸਾਡੀ ਮਾਨਸਿਕਤਾ ਕਿੱਥੇ ਖੜੀ ਹੈ? ਉਹ ਕਿਉਂ ਸਾਡੀ ਇਸ ਤਰ੍ਹਾਂ ਦੀ ਮਾਨਸਿਕਤਾ ਬਣ ਗਈ? ਪਿੱਛੇ ਜੇ ਨਾ ਇੱਕ ਸੈਂਟਰ ਸਰਕਾਰ ਵੱਲੋਂ ਇੱਕ ਸਕੀਮ ਇਹਨਾਂ ਨੇ ਕੱਢੀ ਸੀਗੀ, ਇੱਕ ਨੀਤੀ ਤਿਆਰ ਕੀਤੀ ਸੀ ਕਿ ਕਰੋਨੇ ਦੇ ਕਰਕੇ ਜਿਹੜੀ ਸਾਡੀ ਪੜ੍ਹਾਈ ਆ, ਸਿੱਖਿਆ ਜਿਹੜੀ, ਉਹਦੇ ਵਿੱਚੋਂ 30% ਦੀ ਜਿਹੜੀ ਕਟੌਤੀ ਕੀਤੀ ਜਾਊਗੀ, 30% ਘੱਟ ਕੀਤਾ ਜਾਊਗਾ ਜਿਹੜਾ ਸਾਡਾ ਸਿਲੇਬਸ ਹੈ।
ਤੋਂ ਸਿਲੇਬਸ ਦੇ ਵਿੱਚ ਉਹਨਾਂ ਨੇ ਕਟੌਤੀ ਦੀ ਆੜ ਦੇ ਵਿੱਚ ਕਰੋਨੇ ਦਾ ਬਹਾਨਾ ਲਾ ਕੇ ਜਿੰਨਾ ਸਿੱਖ ਇਤਿਹਾਸ ਹੈ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਪਾਠ ਕੱਢ ਦਿੱਤਾ ਗਿਆ। ਇਹ ਕਿਉਂ ਹੋ ਰਿਹਾ? ਸਾਡੀ ਮੈਂ ਜਵਾਨੀ ਨੂੰ ਗੱਲ ਕਰਦਾ ਹੁੰਦਾ ਕਿ ਅਸੀਂ ਕਿਉਂ ਇਸ ਤਰ੍ਹਾਂ ਸਾਨੂੰ ਬਣਾਇਆ ਗਿਆ, ਕਿਉਂਕਿ ਜਦੋਂ ਕਿਸੇ ਕੌਮ ਨੂੰ ਮਾਰਨਾ ਉਹਦੇ ਇਤਿਹਾਸ ਨਾਲੋਂ ਤੋੜ ਦਿਓ। ਆ ਲਲਤੋਂ ਪਿੰਡ ਇੱਕ ਦਿਨ ਪੱਤਰਕਾਰ ਚਲੇ ਗਏ, ਮੈਂ ਦੇਖ ਰਿਹਾ ਸੀਗਾ ਲਲਤੋਂ ਪਿੰਡ ਜਿਹੜਾ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ, ਕਈ ਗਦਰੀ ਸ਼ਹੀਦ ਉੱਥੇ ਹੋਏ ਨੇ, ਯੋਧੇ ਹੋਏ ਨੇ ਲਲਤੋਂ ਪਿੰਡ ਦੇ। ਪੱਤਰਕਾਰ ਜਾ ਕੇ ਪਿੰਡ ਦੇ ਵਿੱਚੋਂ ਨੌਜਵਾਨਾਂ ਨੂੰ ਲਲਤੋਂ ਪਿੰਡ ਦੇ ਪੈਦਾ ਹੋਏ ਯੋਧਿਆਂ ਬਾਰੇ ਪੁੱਛਦਾ, ਉਹਨਾਂ ਨੌਜਵਾਨਾਂ ਨੂੰ ਕੋਈ ਪਤਾ ਨਹੀਂ ਹੈ। ਕੌਣ ਬੰਦਾ ਸਿੰਘ ਬਹਾਦਰ, ਕੌਣ ਹਰੀ ਸਿੰਘ ਨਲੂਆ ਜਿਹਨੇ ਐਡਾ ਰਾਜ ਸਥਾਪਿਤ ਕੀਤਾ, ਕਿਵੇਂ ਮਹਾਰਾਜਾ ਰਣਜੀਤ ਸਿੰਘ 40 ਸਾਲ ਇੱਥੇ ਬਹੁਤ ਵਧੀਆ ਇੱਕ ਦੁਨੀਆ ਦਾ ਲਾਮਿਸਾਲ ਰਾਜ ਦੇ ਕੇ ਗਿਆ, ਕਿਵੇਂ ਕੌਣ ਨੇ ਬੋਤਾ ਸਿੰਘ ਗਰਜਾ ਸਿੰਘ, ਕੌਣ ਆ ਸੁੱਖਾ ਸਿੰਘ ਮਹਿਤਾਬ ਸਿੰਘ। ਇਹ ਇਤਿਹਾਸ ਦੇ ਵਿੱਚੋਂ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਹੈ, ਜਾਂ ਇਤਿਹਾਸ ਸਾਨੂੰ ਪੜਾਇਆ ਜਾ ਰਿਹਾ ਹੈ। ਪਿੱਛੇ ਜੇ 12ਵੀਂ ਕਿਤਾਬ ਦਾ ਰੌਲਾ ਪਿਆ ਇਤਿਹਾਸ ਦੀ ਦਾ, ਉਹਦੇ ਚ ਕੀ ਦਿਖਾਇਆ ਗਿਆ? ਆ ਸਖੀ ਸਰਵਰ ਕੋਈ ਲੱਖਾਂ ਦਾ ਦਾਤਾ ਵੱਜਦਾ ਪੀਰ ਹੈ ਕੋਈ, ਉਹਦੀ ਹਿਸਟਰੀ ਪੜਾਉਣ ਲੱਗ ਗਏ ਕਿਤਾਬਾਂ ਦੇ ਵਿੱਚ ਸਾਨੂੰ। ਦੇਖੋ ਇੱਕ ਗੱਲ ਧਿਆਨ ਰੱਖਿਓ ਕਿ ਜਦੋਂ ਕਿਸੇ ਕੌਮ ਨੂੰ ਮਾਰਨਾ ਹੁੰਦਾ ਤਾਂ ਉਹਦੀ ਕੌਮ ਨੂੰ ਉਹਦੇ ਇਤਿਹਾਸ ਨਾਲੋਂ ਤੋੜ ਦਿਓ, ਉਹਦੀ ਬੋਲੀ ਨਾਲੋਂ ਤੋੜ ਦਿਓ, ਉਹਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਖੋਲੋ, ਉਹ ਕੌਮ ਜਿਹੜੀ ਆਪੇ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਤਾਂ ਨੌਜਵਾਨ ਮੁੰਡੇ ਖੜੇ ਆ, ਮੈਂ ਗੱਲ ਕਹਿਣੀ ਚਾਹੁੰਦਾ, ਕਿਤਾਬਾਂ ਅਸੀਂ ਬਹੁਤ ਘੱਟ ਪੜ੍ਹਦੇ ਹਾਂ। ਮੈਂ ਕਹਿੰਦਾ ਜਿੰਨਾ ਬੰਦਾ ਕਿਤਾਬਾਂ ਤੋਂ ਹਾਸਲ ਕਰਦਾ ਹੈ, ਜਾਣਕਾਰੀ ਵੀ ਹਾਸਲ ਕਰਦਾ, ਇੱਕ ਪ੍ਰੇਰਨਾ ਵੀ ਮਿਲਦੀ ਹੈ, ਇੱਕ ਸ਼ਕਤੀ ਵੀ ਮਿਲਦੀ ਹੈ ਸਾਨੂੰ। ਜਦੋਂ ਅਸੀਂ ਕਿਸੇ ਯੋਧੇ ਬਾਰੇ ਪੜ੍ਹਦੇ ਹਾਂ ਤਾਂ ਇੱਕ ਅੰਦਰ ਜਨੂਨ ਉੱਠਦਾ ਹੈ ਕਿ ਐਡੇ ਐਡੇ ਮਹਾਨ ਯੋਧਿਆਂ ਦੇ ਵਾਰਸਾਂ ਸੀ। ਤਾਂ ਮੈਂ ਕਿਤਾਬਾਂ ਦੀ ਮਹੱਤਤਾ ਦੱਸਣ ਲੱਗਿਆ ਕੀ ਹੈ। 3 ਚੀਨੀ ਯਾਤਰੀ ਜਿਹੜੇ ਭਾਰਤ ਆਏ ਨੇ, 3 ਚੀਨੀ ਯਾਤਰੀ, ਤੁਸੀਂ ਸਾਰਿਆਂ ਇਤਿਹਾਸ 'ਚ ਪੜ੍ਹਿਆ ਹੋਣਾ, ਫਾਈਅਨ, ਹਿਊਨ ਸਾਂਗ ਤੇ ਹਿਤ ਸਿੰਘ, ਇਹਨਾਂ ਤਿੰਨ ਬੰਦੇ ਜਿਹੜੇ ਉਹ ਵੱਖ-ਵੱਖ ਸਮੇਂ ਤੇ ਭਾਰਤ ਆਏ। ਹਿਊਨ ਸਾਂਗ ਅਖੀਰ ਦੇ ਉੱਤੇ ਆਉਂਦਾ, 12 ਸਾਲ ਭਾਰਤ ਰਹਿੰਦਾ ਹੈ, ਤੇ ਉਹ ਭਾਰਤ ਦੇ ਵਿੱਚ ਜਿੰਨੇ ਧਾਰਮਿਕ ਗ੍ਰੰਥ ਆ ਉਹਨਾਂ ਦਾ ਅਧਿਐਨ ਕਰਦਾ, ਕਿਤਾਬਾਂ ਪੜ੍ਹਦਾ ਹੈ, ਤੇ ਜਾਂਦਾ ਹੋਇਆ ਵਾਪਸੀ ਦੇ ਵਿੱਚ ਕਿਤਾਬਾਂ ਨਾਲ ਲੈ ਕੇ ਜਾਂਦਾ। ਰਸਤੇ ਦੇ ਵਿੱਚ ਸਮੁੰਦਰ ਦੇ ਵਿੱਚ ਤੂਫਾਨ ਆ ਜਾਂਦਾ ਤੇ ਜਿਹੜਾ ਬੇੜਾ ਹੁੰਦਾ ਦਾ ਮਲਾਹ ਕਹਿੰਦਾ ਕਿ ਜੀ ਇਹ ਤਾਂ ਹੁਣ ਭਾਰ ਬਹੁਤ ਜ਼ਿਆਦਾ ਆ, ਤੂਫਾਨ ਆ ਗਿਆ ਸਮੁੰਦਰ ਦੇ ਵਿੱਚ ਤੇ ਬੇੜਾ ਆਪਣਾ ਡੁੱਬ ਜਾਣਾ, ਕਿਤਾਬਾਂ ਆਪਾਂ ਸਿੱਟ ਦਈਏ ਤਾਂ ਭਾਰ ਘਟ ਜੇ। ਤਾਂ ਜਿਹੜੇ ਹਿਊਨ ਸਾਂਗ ਦੇ ਨਾਲ 2 ਹੋਰ ਆਏ ਹੁੰਦੇ ਨੇ, ਕਈ ਆਏ ਹੁੰਦੇ ਨੇ, ਤਾਂ 2 ਜਾਣੇ ਉਹਨਾਂ ਦੇ ਸਮੁੰਦਰ ਦੇ ਵਿੱਚ ਛਾਲ ਮਾਰ ਜਾਂਦੇ ਨੇ ਤਾਂ ਕਿ ਜਿਹੜੀਆਂ ਕਿਤਾਬਾਂ ਨੇ ਉਹ ਚੀਨ ਪਹੁੰਚ ਸਕਣ। ਇਹ ਮਹੱਤਤਾ ਕਿਤਾਬਾਂ ਦੀ। ਪਰ ਸਾਡੀ ਜਵਾਨੀ, ਮੈਂ ਪੁੱਛ ਲੈਣਾ ਅੱਜ ਤੁਹਾਡੇ ਕੋਲੋਂ ਵੀ, ਕਿੰਨੇ ਕੁ ਹੋਣਗੇ ਜਿਹੜੇ ਅਖਬਾਰਾਂ ਦੀਆਂ ਸੰਪਾਦਕੀਆਂ ਪੜ੍ਹਦੇ ਹੋ? ਕਿਤਾਬਾਂ ਦਾ ਬਹੁਤ ਦੂਰ ਦੀਆਂ ਗੱਲਾਂ ਨੇ। ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ, ਇਸ ਪਿੰਡ ਦੇ ਵਿੱਚ ਵੀ ਲਾਇਬ੍ਰੇਰੀ ਹੈਗੀ ਆ ਨਾ, ਕਿੰਨੇ ਕੁ ਜਾ ਕੇ ਪੜ੍ਹ ਕੇ ਆਉਨੇ ਹੋ? ਨਹੀਂ ਪੜ੍ਹਦੇ, ਕੋਈ ਹੱਥ ਨਹੀਂ ਉੱਠਿਆ। ਥੋੜੇ ਬਜ਼ੁਰਗ ਪੜ੍ਹਦੇ ਨੇ, ਨੌਜਵਾਨਾਂ ਚ ਬਈ ਉਹ ਕਿਤਾਬਾਂ ਨੂੰ ਪਈਆਂ ਨੂੰ ਲੱਗਿਆ, ਮੈਨੂੰ ਲੱਗ ਉੱਥੇ ਰੱਖੀਆਂ ਨੂੰ ਜਿਹੜੀ ਉਹ ਖਾ ਜਾਂਦੀ ਆ ਸਿਉਂਖ ਵਗੈਰਾ, ਤੇ ਪੜ੍ਹਨਾ ਭਰਾਵੋ ਅਸੀਂ ਭੁੱਲ ਜਾਂਦੇ ਆ। ਸੋ ਇੱਕ ਗੱਲ ਮੈਂ ਵਾਰ-ਵਾਰ ਹਰ ਸਟੇਜ ਤੇ ਕਹਿਣਾ ਹੁੰਦਾ, ਉਹ ਹੈ ਸਾਡੀ ਮਾਂ ਬੋਲੀ ਪੰਜਾਬੀ। ਕਿਉਂਕਿ ਜ਼ਬਾਨ ਜਿਉਂਦੀ ਰਹੂਗੀ ਤਾਂ ਪੰਜਾਬੀ ਜਿਉਂਦੇ ਰਹਿਣਗੇ। ਜ਼ਬਾਨ ਦੇ ਨਾਲ ਬੜਾ ਕੁਝ ਜੁੜਿਆ ਹੁੰਦਾ ਹੈ। ਇਹ ਨਹੀਂ ਵੀ ਜ਼ਬਾਨ ਕੱਲੀ ਬੋਲ ਚਾਲ ਦਾ ਵਿਸ਼ਾ ਹੀ ਹੁੰਦਾ ਹੈ। ਜ਼ਬਾਨ ਦੇ ਨਾਲ ਜਦੋਂ ਇੱਕ ਜ਼ਬਾਨ ਮਰਦੀ ਹੈ ਨਾ ਕਿਸੇ ਕੌਮ ਦੀ, ਉਹਦਾ ਸੱਭਿਆਚਾਰ ਦਾ ਵਿਰਸਾ, ਉਹਦਾ ਇਤਿਹਾਸ, ਉਹਦੇ ਧਾਰਮਿਕ ਗ੍ਰੰਥ ਨੇ ਜਿਹੜੇ, ਉਹ ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ। ਇਹ ਬਹੁਤ ਵੱਡੀ ਸਾਡੇ ਨਾਲ ਸਾਜ਼ਿਸ਼ ਜਿਹੜੀ ਸਾਡੀ ਜ਼ਬਾਨ ਪ੍ਰਤੀ ਕੀਤੀ ਜਾ ਰਹੀ ਹੈ। ਵੱਖ-ਵੱਖ ਸੂਬਿਆਂ ਦੇ ਵਿੱਚੋਂ, ਜੰਮੂ ਕਸ਼ਮੀਰ ਦੇ ਵਿੱਚੋਂ, ਰਾਜਸਥਾਨ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ ਪੰਜਾਬੀ ਖਤਮ ਕਰ ਦਿੱਤੀ ਗਈ। ਇੱਥੇ ਹੁਣ ਪੰਜਾਬ ਦੇ ਵਿੱਚ ਜ਼ੋਰ ਲੱਗਿਆ ਹੋਇਆ ਹੈ, ਸਾਡੇ ਲੋਕਾਂ ਦਾ ਜ਼ੋਰ ਇਹ ਲੱਗਿਆ ਹੋਇਆ ਵੀ ਸਾਡਾ ਜਵਾਕ ਵੱਧ ਤੋਂ ਵੱਧ ਅੰਗਰੇਜ਼ੀ ਪੜ੍ਹਨਾ ਚਾਹੀਦਾ। ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ, ਇਹ ਜ਼ਿਆਦਾ ਖੁਸ਼ ਹੁੰਦੀਆਂ ਨੇ, ਘਰ ਵਾਲੇ ਨਾਲ ਲੜ ਵੀ ਪੈਂਦੀਆਂ ਨੇ ਕਿ ਨਹੀਂ ਸਾਡੇ ਜਵਾਕ ਨੂੰ ਜੇ ਘਰੇ ਆ ਕੇ ਉਹਨੂੰ ਆਹ ਪੁੱਤ ਹੈਡ ਹੁੰਦਾ, ਆ ਨੋਜ ਹੁੰਦਾ, ਆਈ ਹੁੰਦੀ ਹੈ, ਆਰਮ ਹੁੰਦੀ ਹੈ, ਲੈਗ ਹੁੰਦੀ ਹੈ, ਅੰਗਰੇਜ਼ੀ ਕੋਸ਼ਿਸ਼ ਕਰਦੀਆਂ ਨੇ ਜਿੰਨੀ ਵੱਧ ਤੋਂ ਵੱਧ ਅੰਗਰੇਜ਼ੀ ਸਾਡਾ ਬੱਚਾ ਸਿੱਖੂਗਾ। ਦੇਖੋ ਜਦੋਂ ਸਾਡੇ ਜਵਾਕ ਨੇ ਹੈਡ ਨੂੰ, ਜਿਹੜਾ ਸਿਰ ਹੈ, ਸਿਰ ਨੂੰ ਹੈਡ ਕਹਿਣਾ, ਤਾਂ ਸਿਰ ਦੀਜਾ ਕਾਣ ਨਾ ਕੀਜਾ, ਉਹਨੂੰ ਪਤਾ ਨਹੀਂ ਲੱਗਣਾ ਅੱਗੇ ਜਾ ਕੇ ਕਿ ਸਿਰ ਦੀਜਾ ਕਾਣ ਨਾ ਕੀਜਾ ਦੀ ਕੀ ਮਹੱਤਤਾ ਹੈ। ਇਸ ਤਰੀਕੇ ਨਾਲ ਕੌਮਾਂ ਮਰਦੀਆਂ ਨੇ। ਅਸੀਂ ਇਸ ਗੱਲ ਦੇ ਖਿਲਾਫ ਨਹੀਂ ਅੰਗਰੇਜ਼ੀ ਨਾ ਪੜ੍ਹੋ, ਅੰਗਰੇਜ਼ੀ ਪੜ੍ਹੋ, ਹਿੰਦੀ, ਅਰਬੀ ਜੋ ਮਰਜ਼ੀ ਪੜ੍ਹਨੀ ਚਾਹੀਦੀ ਹੈ, ਸਾਰੀਆਂ ਜ਼ਬਾਨਾਂ ਸਾਨੂੰ ਆਉਣੀਆਂ ਚਾਹੀਦੀਆਂ ਨੇ। ਪਰ ਜਦੋਂ ਮਾਂ ਬੋਲੀ ਨਾਲੋਂ ਟੁੱਟਦੇ ਆ ਨਾ, ਆਮ ਤੌਰ ਤੇ ਸਾਡੇ ਵਿੱਚ ਇੱਕ ਭਰਮ ਪੈਦਾ ਕੀਤਾ ਗਿਆ
कि पंजाबी जबान अनपढ़ां दी जबान है, पेंडुआं दी जबान है, गवारां दी जबान है। ਇਹਦੇ ਵਿੱਚ बहुत कोई उच्च कोटि का इतिहास नहीं लिखिया गया, कोई ਸਾਹਿਤ नहीं रचिया गया। ਜਿਹੜੀ ਜ਼ਬਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿੱਡਾ ਮਹਾਨ ਫਲਸਫਾ ਰਚਿਆ ਗਿਆ ਹੋਵੇ, ਉਹ ਜ਼ਬਾਨ ਕਿਵੇਂ ਗਰੀਬ ਹੋ ਸਕਦੀ ਆ? ਜਿਹੜੀ ਜ਼ਬਾਨ ਦੇ ਵਿੱਚ ਯੂਐਨਓ ਦੇ ਵਿੱਚ ਪਰਚਾ ਪੜਿਆ ਜਾਂਦਾ ਹੋਵੇ, ਜਿਹੜੀ ਜ਼ਬਾਨ ਦੇ ਵਿੱਚ ਬੰਬੇ ਜੇ ਫਿਲਮਾਂ ਬਣਦੀਆਂ ਹੋਣ, ਜਿਹੜੀ ਜ਼ਬਾਨ ਦੇ ਵਿੱਚ ਹਾਲੀਵੁੱਡ ਦੇ ਵਿੱਚ ਇੱਕ ਨਾਵਲ ਦੇ ਉੱਤੇ ਪੰਜਾਬੀ ਦੇ ਉੱਤੇ ਫਿਲਮ ਬਣੀ ਹੈ, ਉਹ ਜ਼ਬਾਨ ਕਿਵੇਂ ਗਰੀਬ ਹੋ ਸਕਦੀ ਹੈ? ਉਹ ਜ਼ਬਾਨ ਕਿਵੇਂ ਮਾੜੀ ਹੋ ਸਕਦੀ ਆ? ਅਸੀਂ ਕਿੰਨੇ ਕਾ ਜਿਹੜੇ ਇਸ ਗੱਲ ਨੂੰ ਲੈ ਕੇ ਚਿੰਤਤ ਹੈ, ਆਪਣੇ ਬੱਚਿਆਂ ਨੂੰ ਘਰਾਂ ਦੇ ਆਇਆ ਪੁੱਛਦੇ ਆ ਕਿ ਸੋਨੂੰ ਸਕੂਲਾਂ ਦੇ ਵਿੱਚ ਕੀ ਪੰਜਾਬੀ ਪੜ੍ਹਾਈ ਜਾਂਦੀ ਹੈ? ਕਿਹੋ ਜਿਹਾ ਇਤਿਹਾਸ ਪੜ੍ਹਾਇਆ ਜਾਂਦਾ ਹੈ? ਕੋਈ ਮਿਥਿਹਾਸ ਤਾਂ ਨਹੀਂ ਪੜ੍ਹਾਇਆ ਜਾਂਦਾ? ਆ ਜਿੰਨੇ ਸਰਬ ਹਿਤਕਾਰੀ ਸਕੂਲ ਹੈ, ਸਾਰੇ ਆਰਐਸਐਸ ਦੇ ਸਕੂਲ ਹੈ, ਸਾਰੇ ਉੱਥੇ ਹਵਨ ਕਰਾਈ ਜਾਂਦੇ ਆ। ਗੁਟਕੇ ਇੱਥੇ ਕੋਈ ਗੁਰਦੁਆਰਾ ਸਾਹਿਬ ਹੈ, ਬਾਜਾਖਾਨਾ, ਉੱਥੇ ਗੁਟਕੇ ਕੋਈ ਦੇ ਕੇ ਗਿਆ, ਗੁਰਬਾਣੀ ਬਦਲੀ ਪਈ ਹੈ। ਨਹੀਂ ਪਤਾ ਹੈ ਸਾਨੂੰ। ਸਾਡੇ ਕੋਲ ਤਾਂ ਇੱਕੋ ਰੱਟ ਲੱਗੀ ਹੋਈ ਹੈ, ਵੱਡੀ ਕੋਠੀ ਪਾਉਣੀ ਹੈ, ਵੱਡੀ ਗੱਡੀ ਲੈਣੀ ਹੈ, ਚੰਗੇ ਪੈਸੇ ਹੋਣ ਬੈਂਕ ਦੇ ਵਿੱਚ, ਚਿੱਟਾ ਕੁੜਤਾ ਪਜਾਮਾ ਪਾਇਆ ਹੋਵੇ, ਤੜਕੇ ਨਿਕਲ ਜਾਗੇ ਹੱਥ ਨੇ ਕਿਸੇ ਵੱਡੇ 5 ਸਟਾਰ ਹੋਟਲ ਢਾਬੇ ਤੇ ਖਾਣਾ ਖਾ ਕੇ ਅੱਗੇ ਜਵਾਕਾਂ ਨੂੰ ਲੈ ਕੇ ਸ਼ਿਮਲੇ, ਹਿਮਾਚਲ, ਕੁੱਲੂ ਮਨਾਲੀ ਘੁੰਮਣ ਚਲੇ ਜਾਈਏ। ਜਾਂ ਫਿਰ ਹੋਰ ਹੈ ਕੈਨੇਡਾ ਭੱਜ ਗਏ, ਫੈਲ ਲੱਗੀ ਹੋਈ ਹੈ। ਜਿਵੇਂ ਪਹਿਲਾਂ ਰੁਪਿੰਦਰ ਬੋਲ ਕੇ ਗਿਆ ਨਾ, ਅਸੀਂ ਇੱਥੇ ਬਹੁਤ ਡਰਦੇ ਹਾਂ ਕਿ ਪਰਚਾ ਨਾ ਹੋ ਜੇ, ਅਸੀਂ ਕਿੱਧਰ ਜਾਵਾਂਗੇ, ਕੀ ਲੈਣਾ ਦਿੱਲੀ ਜਾ ਕੇ, ਮੇਰੀ ਫਾਈਲ ਲੱਗੀ ਹੋਈ ਹੈ, ਮੇਰੀ ਇੰਟਰਵਿਊ ਆਈ ਹੋਈ ਹੈ, ਮੇਰੇ ਘਰ ਵਾਲੀ ਬਾਹਰ ਬੈਠੀ ਹੈ, ਮੈਂ ਇਕੱਲਾ ਹੀ ਇੱਥੇ ਆ। ਫਿਰ ਕਿਵੇਂ ਲੜੂਗਾ ਪੰਜਾਬ? ਮੈਂ ਕਹਿਣਾ ਹੁੰਦਾ, ਮੈਂ ਤਾਂ ਖੈਰ ਕਦੇ ਗਿਆ ਨਹੀਂ, ਜਾ ਵੀ ਨਹੀਂ ਸਕਦਾ, ਕਿਉਂਕਿ ਪਰਚੇ ਪੁਰਚੇ ਕਈ ਹੈ, ਪਾਸਪੋਰਟ ਵੀ ਹੈ ਨਹੀਂ। ਬਹੁਤ ਸੱਜਣ ਤੁਸੀਂ ਇੱਥੇ ਬੈਠੇ ਹੋ ਜਿਹੜੇ ਬਾਹਰਲੇ ਮੁਲਕਾਂ ਤੋਂ। ਕਰਮਿਆ ਮੈਨੂੰ ਨਿਗਾਹ ਪਿਆ ਕਰਮਾ ਚੱਕਰ ਦੀ ਧਰਤੀ ਦਾ, ਮਹਾਨ ਕਬੱਡੀ ਖਿਡਾਰੀ ਹੋਇਆ। ਕਰਮੇ ਵਰਗੇ ਗੇੜੇ ਲਾ ਕੇ ਆਏ ਆ, ਜਾਂ ਹੋਰ ਸੱਜਣ ਇੱਥੇ ਜਿਹੜੇ ਜਾ ਕੇ ਆਏ ਹੋ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ। ਇੱਥੋਂ ਨਾਲ ਦੀ ਧਰਤੀ, ਇੱਥੋਂ ਨਾਲ ਦੀ ਵੰਨਗੀ, ਇੱਥੋਂ ਨਾਲ ਦੀਆਂ ਰੁੱਤਾਂ, ਇੱਥੋਂ ਨਾਲ ਦੇ ਮੌਸਮ, ਇੱਥੋਂ ਨਾਲ ਦੇ ਲੋਕ ਨਹੀਂ ਮਿਲਦੇ। ਬਾਹਰ ਜਾਂਦੇ ਨੇ ਕਈ ਸੱਜਣ, ਮੈਨੂੰ ਫੋਨ ਕਰਦੇ ਨੇ ਜਿਨ੍ਹਾਂ ਨੂੰ 40-40 ਸਾਲ ਹੋ ਗਏ ਬਾਹਰਲੇ ਮੁਲਕਾਂ 'ਚ ਬੈਠਿਆਂ ਨੂੰ। ਫੋਨ ਕਰਕੇ ਪਹਿਲਾਂ 20-25 ਮਿੰਟ ਰੋਂਦੇ ਆ, ਫਿਰ ਗੱਲ ਸ਼ੁਰੂ ਕਰਦੇ ਆ। ਤਾਂ ਮੈਂ ਪੁੱਛਦਾ ਹੁੰਦਾ ਵੀ ਰੋਨੇ ਕਿਉਂ ਆ? ਉਹ ਕਹਿੰਦੇ ਯਾਰ ਅਸੀਂ ਇੱਥੇ ਆ ਕੇ ਪੈਸਾ ਤਾਂ ਕਮਾ ਲਿਆ, ਪਰ ਬਾਕੀ ਸਾਰਾ ਕੁਝ ਹੀ ਗਮਾ ਲਿਆ। ਪੈਸਾ ਜ਼ਿੰਦਗੀ ਨਹੀਂ ਆ। ਪੈਸਾ ਸਾਨੂੰ ਸਕੂਨ ਨਹੀਂ ਦੇ ਸਕਦਾ, ਉਹ ਖੁਸ਼ੀ ਨਹੀਂ ਦੇ ਸਕਦਾ ਜਿਹੜੀ ਅਸਲ ਮਨੁੱਖ ਨੂੰ ਚਾਹੀਦੀ ਆ। ਉਹ ਸਾਨੂੰ ਇਸ ਧਰਤੀ ਤੇ ਰਹਿ ਕੇ ਮਿਲਦੀ ਹੈ। ਬਾਹਰ ਗਵਾਂਢੀ ਨੂੰ ਗਵਾਂਢੀ ਨਹੀਂ ਜਾਣਦਾ ਹੁੰਦਾ ਵੀ ਕੌਣ ਰਹਿ ਰਿਹਾ। ਹਰ ਬੰਦਾ ਕੰਮ ਤੱਕ ਸੀਮਤ ਹੈ। ਸਵੇਰੇ ਕੰਮ ਤੇ, ਫਿਰ ਕੰਮ ਤੋਂ ਵਾਪਸ, ਘਰ ਵਾਲੀ ਰਾਤ ਨੂੰ ਦਿਨੇ ਜਾਂਦੀ ਆ, ਬੰਦਾ ਰਾਤ ਨੂੰ ਜਾਂਦਾ ਹੁੰਦਾ, ਜਾਂ ਟਰੱਕ ਲੈ ਕੇ 15-15 20 ਦਿਨਾਂ ਬਾਅਦ ਮੁੜਦੇ ਨੇ। ਉੱਥੋਂ ਦੀ ਕਮਾਈ ਕੀਤੀ ਹੋਈ ਉੱਥੇ ਹੀ ਲੱਗੀ ਜਾਂਦੀ ਹੈ, ਖੂਹ ਦੀ ਮਿੱਟੀ ਖੂਹ 'ਚ ਹੀ ਪਈ ਜਾਂਦੀ ਹੈ। ਉੱਥੇ ਕਦੇ ਘਰ ਦੀ ਕਿਸ਼ਤ ਆ ਗਈ, ਕਦੇ ਗੱਡੀ ਦੀ ਕਿਸ਼ਤ ਆ ਗਈ, ਕਦੇ ਹੋਰ ਖਰਚੇ ਆ ਗਏ। ਆਹ ਹਾਲਾਤ ਹੋਏ ਨੇ ਲੋਕਾਂ ਦੇ ਸਾਡੇ। ਅਗਲੀ ਦੁਬਦਾ ਪਤਾ ਕੀ ਹੈ? ਮੁੰਡਾ ਬਾਹਰ ਬੈਠਾ ਹੁੰਦਾ ਹੈ, ਨੂੰਹ ਬਾਹਰ ਬੈਠੀ ਹੁੰਦੀ ਹੈ, ਬੰਦਾ ਇੱਥੇ ਬੈਠਾ ਹੁੰਦਾ ਹੈ। ਬਾਹਰ ਚਲਿਆ ਜਾਂਦਾ ਹੈ। ਕਈ ਬੰਦਿਆਂ ਨਾਲ ਮੇਰੀਆਂ ਗੱਲਾਂ ਹੁੰਦੀਆਂ ਨੇ ਕਿ ਬਾਹਰੋਂ ਯਾਰ ਮਸਾਂ ਨਿਕਲ ਕੇ ਆਏ ਆ, ਪਰ ਉਹ ਦੁਬਦਾ 'ਚ ਕਿਵੇਂ ਹੁੰਦਾ? ਜਵਾਕ ਬਾਹਰ ਹੁੰਦੇ ਆ, ਆਪ ਇੱਥੇ ਹੁੰਦਾ। ਉਧਰ ਜੀ ਨਹੀਂ ਲੱਗਦਾ, ਇੱਧਰ ਰਹਿ ਨਹੀਂ ਸਕਦਾ ਇਕੱਲਾ ਬੰਦਾ। ਜਾਊ ਤੇ ਜਾਊ ਕਿੱਥੇ ਯਾਰ? ਇਸ ਮਾਰ ਦੇ ਵਿੱਚ ਵੀ ਅਸੀਂ ਪਿਸ ਰਹੇ ਹਾਂ ਪੰਜਾਬੀਆਂ ਜਿਹੜੇ। ਸੋ ਭਰਾਵੋ, ਗੱਲਾਂ ਬਥੇਰੀਆਂ ਨੇ। ਮੈਂ ਕਈ 2 ਥਾਈਂ ਅੱਗੇ ਹੋਰ ਜਾਣਾ, ਇਸ ਕਰਕੇ ਮੈਂ ਪਹਿਲਾਂ ਸਮਾਂ ਲਿਆ। ਅੱਗੇ ਮੈਥੋਂ ਬੁਲਾਰਿਆਂ ਨੇ ਹਰਫ